प्रोग्राम द संडे शो विच स्वागत है। ਅਸੀਂ ਦੂਸਰੇ ਪੜਾਅ 'ਚ ਦਾਖਲ ਹੋ ਰਹੇ ਹਾਂ ਕਾਨੂੰਨੀ ਨੁਕਤੇ। ਸੋ ਕਾਨੂੰਨੀ ਨੁਕਤੇ ਦੇ ਵਿੱਚ ਗਿੱਲ ਸਾਹਿਬ ਭਾਰਤ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਹੋਣਾ ਨੇ ਵਕੀਲਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਇੱਕ ਨਸੀਹਤ ਦਿੱਤੀ ਉਹਨਾਂ ਨੂੰ ਕਿ ਉਹ ਰਾਜਨੀਤਿਕ ਜਿਹੜੀਆਂ ਆਪਦੀਆਂ ਕਾਰਵਾਈਆਂ ਹੈ ਉਹਨਾਂ ਤੋਂ ਉਹਨਾਂ ਨੂੰ ਦੂਰ ਰਹਿਣਾ ਚਾਹੀਦਾ ਔਰ ਉਹਨਾਂ ਦਾ ਜਿਹੜਾ ਪੂਰਾ ਧਿਆਨ ਹੈ ਵਕੀਲ ਭਾਈਚਾਰੇ ਦਾ ਉਹ ਨਿਆਂ ਤੇ ਕਿ ਆਧਾਰਿਤ ਹੋਣਾ ਚਾਹੀਦਾ ਹੈ, ਨਿਆਂ ਤੇ ਕੇਂਦਰਿਤ ਹੋਣਾ ਚਾਹੀਦਾ ਜੀ ਜੀ ਭੰਮ ਸਾਹਿਬ ਚੀਫ ਜਸਟਿਸ ਨੇ ਇਹ ਬਿਆਨ ਦਿੱਤਾ ਹੈ ਕਿ ਉਹ ਬੜੇ ਫਿਕਰਮੰਦ ਨੇ ਕਿ ਵਕੀਲ ਭਾਈਚਾਰੇ ਦੇ ਵਿੱਚ ਇੱਕ ਟੈਂਡੈਂਸੀ ਆ ਰਹੀ ਹੈ ਕੋਰਟ ਦੇ ਵਿਰੁੱਧ ਜਾਂ ਕੋਰਟ ਦੀ ਜੱਜਮੈਂਟਸ ਦੀ ਜਿਹੜੀ ਨੁਕਤਾਚੀਨੀ ਕਰਨ ਦੀ ਬੇਵਜ੍ਹਾ ਤੇ ਸਿਆਸਤ ਤੋਂ ਪ੍ਰੇਰਿਤ ਜਿਹੜੀ ਨੁਕਤਾਚੀਨੀ ਉਹਨਾਂ ਨੇ ਕਿਹਾ ਹੈ ਕਿ ਇਹ ਲੀਗਲ ਸਿਸਟਮ ਦੇ ਲਈ ਬੜਾ ਖਤਰਨਾਕ ਹੈ ਕਿਉਂਕਿ ਜਿਹੜੀ ਉਹਨਾਂ ਦੀ ਵਚਨਬੱਧਤਾ ਹੈ ਜੋ ਵਕੀਲਾਂ ਦੀ ਵਚਨਬੱਧਤਾ ਹੈ ਉਹ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਪੋਲੀਟੀਕਲ ਪਾਰਟੀ ਦੇ ਪ੍ਰਤੀ ਕਿਉਂਕਿ ਜਿਹੜੇ ਸੁਪਰੀਮ ਕੋਰਟ ਹੈ ਭੰਮ ਸਾਹਿਬ ਉਹਨਾਂ ਨੇ ਜਿਹੜੀ ਓਥ ਲਈ ਹੈ ਜੀ ਉਹ ਲਈ ਹੈ ਸੰਵਿਧਾਨ ਦੀ ਰੱਖਿਆ ਕਰਨ ਦੀ ਜੀ ਸੁਪਰੀਮ ਕੋਰਟ ਨੂੰ ਅਸੀਂ ਪ੍ਰੋਟੈਕਟਰ ਆਫ ਦਾ ਕਨਸਟੀਟਿਊਸ਼ਨ ਵੀ ਕਹਿੰਦੇ ਹਾਂ ਬਿਲਕੁਲ ਸੋ ਜਿਹੜਾ ਸੰਵਿਧਾਨਕ ਕਦਰਾਂ ਕੀਮਤਾਂ ਨੇ ਉਹ ਸੁਪਰੀਮ ਕੋਰਟ ਦੇ ਲਈ ਤੇ ਸਾਰੇ ਜਸਟਿਸ ਸਿਸਟਮ ਦੇ ਲਈ ਜਿਹੜੀ ਸਾਰੀ ਕਾਨੂੰਨ ਦੀ ਪ੍ਰਣਾਲੀ ਹੈ ਉਹ ਸੰਵਿਧਾਨ ਦੇ ਵਿੱਚੋਂ ਹੀ ਉਪਜਦੀ ਹੈ ਜੀ ਸੰਵਿਧਾਨ ਜਿਹੜਾ ਹੈ ਉਹ ਹਾਈਐਸਟ ਲਾਅ ਹੈ ਸੋ ਉਹਦੀਆਂ ਜਿਹੜੇ ਸੰਵਿਧਾਨਕ ਕਦਰਾਂ ਕੀਮਤਾਂ ਨੇ ਉਹਨਾਂ ਦੇ ਰੱਖਿਆ ਕਰਨੀ ਉਹ ਵਕੀਲਾਂ ਦਾ ਵੀ ਫਰਜ਼ ਹੈ ਬਿਲਕੁਲ ਹੁਣ ਇਹ ਭੰਮ ਸਾਹਿਬ ਇਹ ਜਿਹੜੀ ਗੱਲ ਬਿਆਨ ਦੇਣ ਦੀ ਹੁਣ ਇਹ ਲੋੜ ਕਿਉਂ ਪਈ ਚੀਫ ਜਸਟਿਸ ਨੂੰ ਜੀ ਉਹ ਇਸ ਲਈ ਲੋੜ ਪਈ ਕਿਉਂਕਿ ਜਿਹੜਾ ਇਲੈਕਟੋਰਲ ਬੌਂਡਸ ਦਾ ਜਿਹੜਾ ਮਸਲਾ ਸੀ ਉਸ ਦੇ ਵਿੱਚ ਭੰਮ ਸਾਹਿਬ ਬਹੁਤ ਰਾਜਨੀਤੀ ਜਿਹੜੀ ਉਹ ਗਰਮਾ ਗਈ ਸੀ ਹੁਣ ਇਲੈਕਟੋਰਲ ਬੌਂਡਸ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਨੇ ਜੋ ਜੱਜਮੈਂਟ ਦਿੱਤੀ ਹੈ ਉਸ ਨੂੰ ਇਹ ਸਮਝਿਆ ਜਾ ਰਿਹਾ ਹੈ ਬਈ ਇਹ ਸਰਕਾਰ ਦੇ ਵਿਰੁੱਧ ਹੈ ਭੰਮ ਸਾਹਿਬ ਮੈਂ ਇਹ ਸਮਝਦਾ ਵੀ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਨਜ਼ਰੀਆ ਹੈ ਉਹ ਬਿਲਕੁਲ ਗਲਤ ਹੈ ਹੁਣ ਜਿਹੜੀ ਕੋਈ ਕੋਰਟ ਦਾ ਜਾਂ ਨਿਆਂਪਾਲਿਕਾ ਦਾ ਜਿਹੜਾ ਫੈਸਲਾ ਹੁੰਦਾ ਹੈ ਉਸ ਨੂੰ ਜਿਹੜੇ ਕਾਨੂੰਨੀ ਮਾਪਦੰਡ ਨੇ ਉਹਨਾਂ ਦੇ ਉੱਤੇ ਦੇਖਿਆ ਜਾਣਾ ਚਾਹੀਦਾ ਨਾ ਕਿ ਸਰਕਾਰ ਦੇ ਪੱਖ ਦੇ ਵਿੱਚ ਜਾਂ ਵਿਰੋਧ ਦੇ ਵਿੱਚ ਕਿਉਂਕਿ ਜਿਹੜੀ ਨਿਆਂਪਾਲਿਕਾ ਹੈ ਉਹ ਕੋਈ ਸਿਆਸੀ ਪਾਰਟੀ ਨਹੀਂ ਜੀ ਉਹ ਕੋਈ ਸਿਆਸੀ ਇੰਸਟੀਟਿਊਸ਼ਨ ਨਹੀਂ ਉਹ ਇੱਕ ਐਪੋਲੀਟੀਕਲ ਇੱਕ ਇੰਸਟੀਟਿਊਸ਼ਨ ਹੈ ਪਰ ਜਿਸ ਦੀਆਂ ਜੱਜਮੈਂਟਸ ਦਾ ਸਿੱਧਾ ਜਾਂ ਅਸਿੱਧਾ ਜਿਹੜਾ ਪ੍ਰਭਾਵ ਹੈ ਉਹ ਰਾਜਨੀਤੀ ਦੇ ਵਿੱਚ ਵੀ ਪੈਂਦਾ ਹੈ ਪਰ ਰਾਜਨੀਤੀ ਦੇ ਬਾਰੇ ਸੋਚਣਾ ਇਹ ਨਿਆਂਪਾਲਿਕਾ ਦਾ ਕੰਮ ਨਹੀਂ ਇਹ ਸੁਪਰੀਮ ਕੋਰਟ ਦਾ ਕੰਮ ਨਹੀਂ ਵੀ ਉਹਨਾਂ ਦੇ ਜਿਹੜੇ ਡਿਸੀਜਨ ਹੈ ਉਹਨਾਂ ਦਾ ਰਾਜਨੀਤੀ ਦੇ ਉੱਤੇ ਕੀ ਅਸਰ ਪੈਂਦਾ ਹੈ ਜੀ ਉਹਨਾਂ ਨੇ ਦੇ ਹੈਵ ਟੂ ਅਪਹੋਲਡ ਦਾ ਕਨਸਟੀਟਿਊਸ਼ਨ ਦੇ ਹੈਵ ਟੂ ਅਪਹੋਲਡ ਦਾ ਲਾਅ ਆਫ ਦਾ ਲੈਂਡ ਬਿਲਕੁਲ ਉਹਨਾਂ ਨੇ ਜਿਹੜਾ ਕੋਈ ਫੈਸਲਾ ਲੈਣਾ ਹੈ ਉਹ ਕਾਨੂੰਨੀ ਮਾਪਦੰਡ ਤੇ ਲੈਣਾ ਹੁਣ ਇਲੈਕਟੋਰਲ ਬੌਂਡ ਦਾ ਜਿਹੜਾ ਮਸਲਾ ਹੈ ਉਹ ਚੀਫ ਜਸਟਿਸ ਸਾਹਿਬਾਨ ਨੇ ਉਹ ਇਹ ਦੇਖ ਕੇ ਥੋੜੀ ਲਿਆ ਕਿ ਇਹਦਾ ਭਾਜਪਾ ਨੂੰ ਕੀ ਫਾਇਦਾ ਜਾਂ ਨੁਕਸਾਨ ਹੋਊਗਾ ਉਹ ਤਾਂ ਭਾਜਪਾ ਨੇ ਦੇਖਣਾ ਸੀ ਕੰਮ ਕਰਨ ਲੱਗੇ ਇਹਦਾ ਸਾਨੂੰ ਕੀ ਉਹ ਤਾਂ ਕਾਨੂੰਨੀ ਮਾਪਦੰਡ ਦੇ ਉੱਤੇ ਉਹਨਾਂ ਨੇ ਤਾਂ ਇਹ ਦੇਖਣਾ ਵੀ ਸੰਵਿਧਾਨ ਕੀ ਕਹਿੰਦਾ ਸੰਵਿਧਾਨ ਹੁਣ ਇਹ ਕਹਿੰਦਾ ਹੈ ਆਰਟੀਕਲ 14 ਤੇ ਆਰਟੀਕਲ 19 ਜਿਹੜਾ ਸੰਵਿਧਾਨ ਦਾ ਉਹ ਕਹਿੰਦਾ ਆਰਟੀਕਲ 14 ਦਾ ਕਹਿੰਦਾ ਵੀ ਕੋਈ ਵੀ ਕੰਮ ਜਿਹੜਾ ਹੈ ਉਹ ਆਰਬਿਟਰਰੀ ਨਹੀਂ ਹੋਣਾ ਚਾਹੀਦਾ ਪਾਰਦਰਸ਼ੀ ਤਰੀਕੇ ਦੇ ਨਾਲ ਸਾਰੇ ਜਿਹੜੇ ਕੰਮ ਹੋਣੇ ਜਿਹੜਾ ਪ੍ਰਸ਼ਾਸਨ ਹੈ ਉਹ ਚੱਲਣਾ ਚਾਹੀਦਾ ਹੁਣ ਇਹਦੇ ਵਿੱਚ ਤੁਸੀਂ ਦੱਸੋ ਵੀ ਇਲੈਕਟੋਰਲ ਬੌਂਡ ਦੇ ਵਿੱਚ ਕੀ ਪਾਰਦਰਸ਼ੀ ਸੀ ਨਾ ਤਾਂ ਬੰਦਾ ਇਹਦਾ ਖਰੀਦਣ ਵਾਲੇ ਦਾ ਨਾਮ ਪਾਰਦਰਸ਼ੀ ਨਾ ਖਰੀਦਣ ਵਾਲੇ ਦਾ ਪਤਾ ਨਾ ਕੈਸ਼ ਕਰਾਉਣ ਵਾਲੇ ਦਾ ਪਤਾ ਨਾ ਪੈਸੇ ਕਿੱਥੋਂ ਆਏ ਨੇ ਕਿੱਥੇ ਜਾ ਰਹੇ ਨੇ ਕੁਝ ਵੀ ਪਾਰਦਰਸ਼ਤਾ ਨਹੀਂ ਇਹ ਦੱਸੋ ਵੀ ਸੰਵਿਧਾਨਕ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਇਹ ਫਿੱਟ ਬੈਠਦਾ ਇਹ ਜੱਜ ਸਾਹਿਬਾਨ ਜਿਹੜੇ ਉਹ ਕਿਸ ਆਧਾਰ ਦੇ ਉੱਤੇ ਇਸ ਕਾਨੂੰਨ ਨੂੰ ਜਿਹੜਾ ਹੈ ਉਹ ਸਹੀ ਕਹਿ ਦਿੰਦੇ ਕਿਵੇਂ ਮਾਨਤਾ ਦੇ ਦੇਣ ਹੁਣ ਸੈਕਸ਼ਨ 19 ਹੈ ਉਹ ਕਹਿੰਦਾ ਰਾਈਟ ਟੂ ਫਰੀडम ਆਫ ਇਨਫੋਰਮੇਸ਼ਨ ਹੈ ਉਹਦੇ ਵਿੱਚ ਉਹਦਾ ਹਿੱਸਾ ਹੈ ਵੀ ਇੱਕ ਨਾਗਰਿਕ ਨੂੰ ਜਿਹੜੀ ਹੈ ਉਹ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈ ਸ਼ਾਸਨ ਕਿਸ ਤਰ੍ਹਾਂ ਚਲਾਇਆ ਜਾ ਰਿਹਾ ਹੈ ਉਹਦੀ ਸਾਰੀ ਜਿਹੜੀ ਜਾਣਕਾਰੀ ਹੈ ਉਹ ਨਾਗਰਿਕਾਂ ਨੂੰ ਮਿਲਣੀ ਚਾਹੀਦੀ ਹੈ ਇਹ ਤਾਂ ਡੈਮੋਕ੍ਰੇਸੀ ਦਾ ਜਿਹੜਾ ਆਧਾਰ ਹੈ ਜੀ ਮੂਲ ਆਧਾਰ ਹੈ ਜੇ ਨਾਗਰਿਕ ਦੇ ਕੋਲ ਜਾਣਕਾਰੀ ਨਹੀਂ ਆਰਟੀਆਈ ਐਕਟ ਵੀ ਸਰਕਾਰ ਇਸ ਲਈ ਲੈ ਕੇ ਆਈ ਸੀ ਕਿ ਜਿਹੜੀ ਜਾਣਕਾਰੀ ਹੈ ਉਹ ਖੁੱਲ੍ਹੇ ਤੌਰ ਦੇ ਉੱਤੇ ਨਾਗਰਿਕ ਨੂੰ ਮਿਲੇ ਤੇ ਉਹ ਆਪਣੇ ਜਿਹੜੇ ਡਿਸੀਜਨ ਹੈ
ਡੈਮੋਕ੍ਰੈਟਿਕ ਜਿਹੜੇ ਉਹਨਾਂ ਦੇ ਫੈਸਲੇ ਆ, ਲੋਕਤਾਂਤਰਿਕ ਜਿਹੜੀ ਉਹਨਾਂ ਦੀ ਪ੍ਰਕਿਰਿਆ ਹੈ, ਉਸ ਦਾ ਉਹ ਹਿੱਸਾ ਬਣ। ਹੁਣ ਜੇ ਇਹ ਇਲੈਕਟੋਰਲ ਬੌਂਡ ਦਾ ਲਾਅ ਕਹਿੰਦਾ ਵੀ ਅਸੀਂ ਦੱਸਣੀ ਇਨਫੋਰਮੇਸ਼ਨ ਹੀ ਨਹੀਂ ਕੁਝ ਦੇਣੀ ਕਿਸੇ ਨੂੰ, ਗੁਪਤ ਰੱਖਣਾ ਸਭ ਕੁਝ, ਬਿਲਕੁਲ, ਤਾਂ ਜਿਹੜੀ ਇਹ ਗੋਪਨੀਯਤਾ ਹੈ ਫਿਰ ਇਹ ਆਰਟੀਕਲ 19 ਦਾ ਵੀ ਉਲੰਘਣ ਹੈ। ਬਿਲਕੁਲ। ਤੇ ਫਿਰ ਜਿਹੜੀ ਨਿਆਂਪਾਲਿਕਾ ਹੈ ਉਸ ਤੋਂ ਤੁਸੀਂ ਕੀ ਅਪੇक्षा ਕਰਦੇ ਆ ਵੀ ਉਹ ਕਿਸ ਆਧਾਰ ਦੇ ਉੱਤੇ ਤੁਹਾਡੇ ਸਭ ਕਾਸੇ ਨੂੰ ਉਹ ਜਾਇਜ਼ ਠਹਿਰਾ ਦਿੰਦੇ ਜੀ, ਤੁਹਾਡੇ ਇਲੈਕਟੋਰਲ ਬੌਂਡ ਸਕੀਮ ਨੂੰ। ਇਹ ਸੋ ਇਸ ਲਈ ਭੰਮ ਸਾਹਿਬ ਜਿਹੜਾ ਉਹਨਾਂ ਨੇ ਫੈਸਲਾ ਹੈ, ਉਹਨਾਂ ਦਾ ਫੈਸਲਾ ਨਿਆਂਪਾਲਿਕਾ ਦਾ ਉਹ ਕਾਨੂੰਨੀ ਮਾਪਦੰਡ ਤੇ ਆਉਣਾ ਸੀ। ਉਹਨਾਂ ਨੇ ਕਾਨੂੰਨ ਦੇਖਿਆ, ਸੰਵਿਧਾਨ ਦੇਖਿਆ, ਉਹਨਾਂ ਨੇ ਇਹ ਪਾਇਆ ਕਿ ਇਹ ਜਿਹੜਾ ਲਾਅ ਹੈ ਇਹ ਅਨਕਨਸਟੀਟਿਊਸ਼ਨਲ ਹੈ। ਉਸ ਨੂੰ ਆਰਟੀਕਲ 13 ਦੇ ਅੰਤਰਗਤ ਉਸ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ, ਰੱਦ ਕਰ ਦਿੱਤਾ, ਅਨਕਨਸਟੀਟਿਊਸ਼ਨਲ ਡਿਕਲੇਅਰ ਕਰਕੇ। ਹੁਣ ਇਸ ਦਾ ਭਾਜਪਾ ਨੂੰ ਕੀ ਨੁਕਸਾਨ ਹੁੰਦਾ ਹੈ ਜਾਂ ਫਾਇਦਾ ਹੁੰਦਾ ਹੈ, ਇਹ ਜ਼ਿੰਮੇਵਾਰੀ ਨਿਆਂਪਾਲਿਕਾ ਦੀ। ਹੁਣ ਉਸ ਦੇ ਵਿੱਚੋਂ ਜਿਹੜਾ ਡੇਟਾ ਨਿਕਲ ਕੇ ਆਇਆ ਹੈ, ਭੰਮ ਸਾਹਿਬ ਜਦੋਂ ਸੁਪਰੀਮ ਕੋਰਟ ਨੇ ਉਸ ਨੂੰ ਪਬਲਿਕ ਕਰਨ ਦੀ ਗੱਲ ਕਹੀ ਤੇ ਪਬਲਿਕ ਕਰਵਾਇਆ SBI ਤੋਂ, SBI ਵੀ ਜਿਹੜੀ ਜੂਨ ਤੱਕ ਦਾ ਟਾਈਮ ਮੰਗਦੀ ਸੀ, ਪਰ ਜਦ ਸੁਪਰੀਮ ਕੋਰਟ ਨੇ ਸਖਤੀ ਕੀਤੀ ਤਾਂ ਸਾਰਾ ਡੇਟਾ ਜਿਹੜਾ ਉਹ ਅਪਲੋਡ ਕਰਨਾ ਪਿਆ। ਹੁਣ ਉਸ ਦੇ ਵਿੱਚੋਂ ਜਿਹੜੀਆਂ ਗੱਲਾਂ ਉੱਭਰ ਕੇ ਆ ਰਹੀਆਂ ਨੇ ਵੀ ਜਿਹੜੀ ਜਿਸ ਕੰਪਨੀ ਦਾ ਪ੍ਰੋਫਿਟ ਹੀ ਨਹੀਂ, ਵਿਦਆਊਟ ਪ੍ਰੋਫਿਟ ਦੀਆਂ ਕੰਪਨੀਆਂ ਜਿਹੜੀਆਂ ਉਹ 300 ਕਰੋੜ ਜਿਹੜੀ ਉਹ ਭਾਜਪਾ ਨੂੰ ਉਹ ਦੇ ਰਹੀਆਂ ਨੇ, ਉਹ ਜੇ ਪ੍ਰੋਫਿਟ ਹੀ ਨਹੀਂ ਕੰਪਨੀ ਨੂੰ ਤਾਂ ਉਹ ਪੈਸਾ ਕਿੱਥੋਂ ਆ ਰਿਹਾ ਹੈ? ਦੇਖੋ, ਕੀ ਉਹ ਪੈਸਾ ਬਲੈਕ ਮਨੀ ਹੈ? ਬਲੈਕ ਮਨੀ ਹੈ। ਕੀ ਇਹ ਜਿਹੜਾ ਸਾਰਾ ਇਲੈਕਟੋਰਲ ਬੌਂਡ ਦੀ ਸਕੀਮ ਹੈ, ਇਹ ਕਾਲੇ ਧਨ ਨੂੰ ਚਿੱਟਾ ਕਰਨ ਦਾ ਇਹ ਮਨੀ ਲਾਂਡਰਿੰਗ ਦੀ ਇੱਕ ਸਕੀਮ ਹੈ? ਕਿਉਂਕਿ ਰਿਸ਼ਵਤ ਦਾ ਇੱਕ ਨਵਾਂ ਢੰਗ ਹੈ। ਆਪੋਜੀਸ਼ਨ ਦੇ ਲੀਡਰਾਂ ਨੂੰ ਤਾਂ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਰਿਹਾ, ਪਰ ਕੀ ਇਹ ਜਿਹੜਾ ਸਾਰਾ ਬਲੈਕ ਮਨੀ ਨੂੰ ਫਨਲ ਕੀਤਾ ਜਾ ਰਿਹਾ ਸੀ ਪੋਲੀਟੀਕਲ ਸਿਸਟਮ ਦੇ ਵਿੱਚ ਜੀ ਇਲੈਕਟੋਰਲ ਬੌਂਡਸ ਦੇ ਥਰੂ? ਫਿਰ ਜਿਹੜੇ ਬੰਦੇ ਜਿਨ੍ਹਾਂ ਨੂੰ ED ਅਰੈਸਟ ਕਰਦੀ ਹੈ, ਅਰੈਸਟ ਤੋਂ ਬਾਅਦ ਜਿਹੜਾ ਜ਼ਮਾਨਤ ਮਿਲਣ ਤੋਂ ਬਾਅਦ ਉਹ ਇਲੈਕਟੋਰਲ ਬੌਂਡਸ ਦੇ ਵਿੱਚ ਪੈਸੇ ਡੋਨੇਟ ਕਰ ਰਹੇ ਨੇ। ਹੁਣ ਇਹ ਭੰਮ ਸਾਹਿਬ ਕੀ ਹੈ? ਇਹ ਕੀ ਇੱਕ ਲੀਗਲਾਈਜ਼ਡ ਐਕਸਟੋਰਸ਼ਨ ਦੀ ਸਕੀਮ ਚਲਾਈ ਜਾ ਰਹੀ ਸੀ? ਬਿਲਕੁਲ। ਸੋ ਇਹ ਗੱਲਾਂ ਸਾਰੀਆਂ ਪਬਲਿਕ ਡੋਮੇਨ ਦੇ ਵਿੱਚ ਆਈਆਂ ਨੇ, ਜਿਸ ਦੇ ਕਾਰਨ ਭੰਮ ਸਾਹਿਬ ਜਿਹੜੇ ਸਰਕਾਰ ਦੇ ਹਮਾਇਤੀ ਜਿਹੜੇ ਕੁਝ ਧਿਰਾਂ ਸੀ ਬਾਰ ਦੇ ਵਿੱਚ ਜਾਂ ਵਕੀਲਾਂ ਦੇ ਵਿੱਚ, ਉਹਨਾਂ ਨੂੰ ਕਾਫੀ ਇਸ ਚੀਜ਼ ਦੀ ਤਕਲੀਫ ਹੋਈ। ਉਹਨਾਂ ਨੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਦੇ ਲਈ ਇੱਕ ਚਿੱਠੀ ਮਾਣਯੋਗ ਚੀਫ ਜਸਟਿਸ ਆਫ ਇੰਡੀਆ ਨੂੰ ਲਿਖੀ, ਜਿਸ ਦਾ ਜ਼ਿਕਰ ਮੈਂ ਕਰੂੰਗਾ, ਜਿਸ ਦੇ ਕਰਕੇ ਮਾਣਯੋਗ ਚੀਫ ਜਸਟਿਸ ਨੂੰ ਇਹ ਬਿਆਨ ਦੇਣ ਲਈ ਮਜਬੂਰ ਹੋਣਾ ਪਿਆ। ਉਹਨਾਂ ਨੂੰ ਉਹਨਾਂ ਦੀ ਜਿਹੜੀ ਸੰਵਿਧਾਨਕ ਜਿਹੜੀ ਡਿਊਟੀ ਹੈ ਐਜ਼ ਆਫੀਸਰ ਆਫ ਦਾ ਕੋਰਟ ਜੀ, ਉਹਨਾਂ ਨੂੰ ਯਾਦ ਕਰਵਾਉਣੀ ਪਈ ਜੀ। ਗਿੱਲ ਸਾਹਿਬ, ਇਹ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ DY ਚੰਦਰਚੂੜ ਹੋਣਾ ਦਾ ਚੀਫ ਜਸਟਿਸ ਦਾ ਜਿਹੜਾ ਇਹ ਪ੍ਰਤੀਕਰਮ ਹੈ, ਕਿਉਂਕਿ ਇਹ ਉਹਨਾਂ 600 ਵਕੀਲਾਂ ਵੱਲੋਂ ਜਿਹੜੀ ਇੱਕ ਚਿੱਠੀ ਲਿਖੀ ਗਈ ਸੀ ਉਹਦੇ ਸੰਦਰਭ ਦੇ ਵਿੱਚ ਇਹ ਸਾਹਮਣੇ ਆਇਆ। ਉਹ ਚਿੱਠੀ ਦੇ ਵਿੱਚ ਅਜਿਹਾ ਕੀ ਲਿਖਿਆ ਸੀ ਉਹਨਾਂ ਨੇ ਜਿਹਦੇ ਕਰਕੇ ਚੀਫ ਜਸਟਿਸ ਨੂੰ ਇਹ ਗੱਲ ਕਹਿਣੀ ਪਈ? ਭੰਮ ਸਾਹਿਬ, ਇੱਕ ਚਿੱਠੀ ਇਲੈਕਟੋਰਲ ਬੌਂਡਸ ਦੀ ਜਜਮੈਂਟ ਆਉਣ ਤੋਂ ਬਾਅਦ ਇੱਕ ਚਿੱਠੀ ਜਿਹੜਾ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਹੈ ਅਗਰਵਾਲਾ, ਉਸਨੇ ਲਿਖੀ ਸੀ, ਜਿਸ ਦੇ ਐਗਜ਼ੈਕਟਿਵ ਨੇ ਹੀ ਬਾਅਦ ਦੇ ਵਿੱਚ ਉਸ ਦੀ ਨਿਖੇਧੀ ਕਰ ਦਿੱਤੀ ਕਿ ਪ੍ਰਧਾਨ ਨੇ ਜਿਹੜੀ ਇਹ ਚਿੱਠੀ ਹੈ ਸਾਤੋਂ ਬਿਨਾਂ ਪੁੱਛੇ ਲਿਖੀ ਹੈ ਜੀ। ਉਸ ਦੇ ਵਿੱਚ ਉਹਨੇ ਸੁਪਰੀਮ ਕੋਰਟ ਦੀ ਜਿਹੜੀ ਇਲੈਕਟੋਰਲ ਬੌਂਡਸ ਦੇ ਉੱਤੇ ਜਜਮੈਂਟ ਆਈ, ਜਿਹੜੀ ਕਿ ਇੱਕ ਖਾਸ ਧਿਰ ਦੇ ਖਿਲਾਫ ਜਾ ਰਹੀ ਸੀ, ਜਿਹੜੀ ਕਿ ਅਸੀਂ ਪਹਿਲਾਂ ਨਾਮ ਲੈ ਕੇ ਦੱਸ ਚੁੱਕੇ ਹਾਂ ਵੀ ਕੀ ਉਹਦੇ ਵਿੱਚ ਗੱਲਾਂ ਨੇ, ਉਸ ਦਾ ਬੜਾ ਦੁੱਖ ਉਸ ਨੂੰ ਪਹੁੰਚਿਆ। ਉਸਨੇ ਕਿਸੇ ਖਾਸ ਧਿਰ ਨੂੰ ਖੁਸ਼ ਕਰਨ ਦੇ ਵਾਸਤੇ ਇੱਕ ਬਾਰ ਦਾ ਪ੍ਰਧਾਨ ਹੋਣ ਦੀ ਜਿਹੜੀ ਡਿਊਟੀ ਹੈ ਉਸ ਤੋਂ ਹਟ ਕੇ ਆਪਣੇ ਐਗਜ਼ੈਕਟਿਵ ਨੂੰ ਕੌਨਫੀਡੈਂਸ 'ਚ ਲਏ ਬਿਨਾਂ ਇੱਕ ਚਿੱਠੀ ਸੁਪਰੀਮ ਕੋਰਟ ਦੀ ਜਜਮੈਂਟ ਦੇ ਵਿਰੁੱਧ ਚੀਫ ਜਸਟਿਸ ਨੂੰ ਲਿਖੀ, ਜਿਸ ਦੇ ਵਿੱਚ ਇਹ ਲਿਖਿਆ ਕਿ ਜੀ ਇਹਦੇ ਨਾਲ ਬੜੀ ਜਜਮੈਂਟ ਦੀ ਨਿਖੇਧੀ ਕੀਤੀ ਬੇਸਿਕਲੀ, ਕਿ ਇਹ ਸੂਚਨਾ ਜਿਹੜੀ ਹੈ ਇਸ ਦੀ ਗੋਪਨੀਯਤਾ ਜ਼ਰੂਰੀ ਸੀ ਤੇ ਇਸ ਤਰ੍ਹਾਂ ਕਰਕੇ ਉਸ ਦੀ ਨਿਖੇਧੀ ਇੱਕ ਪਬਲਿਕ ਪਲੇਟਫਾਰਮ ਤੋਂ ਇੱਕ ਚਿੱਠੀ ਲਿਖ ਕੇ, ਇੱਕ ਪਬਲਿਕ ਚਿੱਠੀ ਲਿਖ ਕੇ ਮਾਣਯੋਗ ਚੀਫ ਜਸਟਿਸ ਨੂੰ ਭੇਜੀ ਤੇ ਉਸ ਨੂੰ ਪਬਲਿਕ ਕੀਤਾ ਤੇ ਕਿਸ ਨੂੰ ਖੁਸ਼ ਕਰਨ ਦੇ ਵਾਸਤੇ ਕੀਤਾ ਉਹ ਸਭ ਸਮਝਦੇ। ਉਸ ਤੋਂ ਬਾਅਦ ਇੱਕ ਚਿੱਠੀ ਆਈ ਜਿਸ ਨੂੰ 600 ਵਕੀਲਾਂ ਦੀ ਚਿੱਠੀ, ਜਿਸ ਨੂੰ ਖੁਦ ਪ੍ਰਧਾਨ ਮੰਤਰੀ ਨੇ ਰੀਟਵੀਟ ਕੀਤਾ। ਸੋ ਉਸ ਨੂੰ BJP ਦੀ ਜਿਹੜੀ ਸਿਆਸੀ ਰੂਲਿੰਗ ਪਾਰਟੀ ਦੀ
ਸਿੱਧੇ ਤਰ੍ਹਾਂ ਦਾ ਜਿਹੜਾ ਥਾਪੜਾ ਹੈ ਉਹ ਦਿਖ ਰਿਹਾ ਸੀ। ਉਸ ਦੇ ਵਿੱਚ ਵੀ ਉਹਨਾਂ ਨੇ ਇੱਕ ਸਿੱਧੇ ਢੰਗ ਦੇ ਨਾਲ ਇਲੈਕਟੋਰਲ ਬੌਂਡਸ ਦੀ ਜਿਹੜੀ ਜਜਮੈਂਟ ਆਉਣ ਤੋਂ ਬਾਅਦ ਉਹਨਾਂ ਵਕੀਲਾਂ ਜਾਂ ਉਹਨਾਂ ਗਰੁੱਪਸ ਦੇ ਉੱਤੇ ਜਿਹੜਾ ਹੈ ਇਨਡਾਇਰੈਕਟਲੀ ਹਮਲਾ ਕੀਤਾ ਕਿ ਉਹ ਕੋਰਟ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜੇ ਇਸ ਤਰ੍ਹਾਂ ਦੀਆਂ ਜਿਹੜੀਆਂ ਰਿਟ ਪਟੀਸ਼ਨਸ ਜਿਹੜੀਆਂ PILs ਜਿਹੜੀਆਂ ਕਹਿ ਲਓ ਵੀ ਸਰਕਾਰ ਦੇ ਵਿਰੁੱਧ ਲੈ ਕੇ ਆਉਂਦੇ ਨੇ ਜੀ। ਸੋ ਉਹਨਾਂ ਨੂੰ ਇਨਡਾਇਰੈਕਟਲੀ ਉਸ ਦੀ ਨਿਖੇਧੀ ਕੀਤੀ ਤੇ ਇਹ ਕਿਹਾ ਕਿ ਜੀ ਚੀਫ ਜਸਟਿਸ ਨੂੰ ਕਿ ਉਹ ਧਿਰਾਂ ਕੋਰਟ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਜਸਟਿਸ ਸਿਸਟਮ ਦੇ ਉੱਤੇ ਜਿਹੜੇ ਉਹ ਸਵਾਲ ਲੱਗ ਰਹੇ ਨੇ। ਸੋ ਇਸ ਤਰ੍ਹਾਂ ਦੀ ਇੱਕ ਕ੍ਰਿਟੀਕਲ ਚਿੱਠੀ ਜਿਹੜੀ ਹੈ ਉਹ ਜਿਸ ਦੇ ਵਿੱਚ ਜਿਹੜੇ ਪ੍ਰਸਿੱਧ ਵਕੀਲ ਹਰੀਸ਼ ਸਾਲਵੇ ਵੀ ਸੀ, ਜਿਹੜੇ ਅੱਜ ਕੱਲ੍ਹ ਭਾਰਤ ਦੇ ਨਾਲੋਂ ਜ਼ਿਆਦਾ ਉਹ ਲੰਡਨ ਦੇ ਵਿੱਚ ਰਹਿੰਦੇ ਨੇ ਤੇ ਸੁਪਰੀਮ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਨੇ, ਪਰ ਉਹ ਸਰਕਾਰ ਦੇ ਕਾਫੀ ਨੇੜੇ ਮੰਨੇ ਜਾਂਦੇ ਨੇ। ਉਹ ਵੀ ਸੀਗੇ ਵਿੱਚ ਚਿੱਠੀ ਲਿਖਣ ਵਾਲਿਆਂ ਦੇ ਵਿੱਚ 600 ਬੰਦੇ, ਜਿਹੜੇ 600 ਲਾਇਰਸ ਜਿਨ੍ਹਾਂ ਨੇ ਹਸਤਾਖਰ ਆਪਣੇ ਉਸ ਚਿੱਠੀ ਦੇ ਉੱਤੇ ਕੀਤੇ। ਤੇ ਭੰਮ ਸਾਹਿਬ ਉਹ ਸਭ ਦੀ ਜਿਹੜੀ ਹੈ ਰਿਐਕਸ਼ਨ ਦੇ ਵਜੋਂ ਫਿਰ ਹੁਣ ਚੀਫ ਜਸਟਿਸ ਨੇ ਵੀ ਜਿਹੜੇ ਫਰੰਟ ਫੁੱਟ ਤੇ ਆ ਕੇ ਹੁਣ ਬੈਟਿੰਗ ਕੀਤੀ ਹੈ। ਉਹਨਾਂ ਨੇ ਇਹਨਾਂ ਵਕੀਲਾਂ ਨੂੰ ਯਾਦ ਕਰਵਾਇਆ ਕਿ ਜਿਹੜਾ ਤੁਹਾਡੀ ਡਿਊਟੀ ਕਿਸੇ ਪੋਲੀਟੀਕਲ ਪਾਰਟੀ ਨੂੰ ਖੁਸ਼ ਕਰਨਾ ਨਹੀਂ। ਬਿਲਕੁਲ। ਤੁਸੀਂ ਜਿਹੜੀ ਤੁਹਾਡੀ ਵਚਨਬੱਧਤਾ ਹੈ ਉਹ ਸੰਵਿਧਾਨ ਦੇ ਪ੍ਰਤੀ ਹੋਣੀ ਚਾਹੀਦੀ ਹੈ। ਬਿਲਕੁਲ। ਜਾਂ ਤਾਂ ਤੁਸੀਂ ਦੱਸੋ ਵੀ ਸੁਪਰੀਮ ਕੋਰਟ ਨੇ ਕਿਹੜਾ ਸੰਵਿਧਾਨਕ ਜਿਹੜਾ ਫੈਸਲਾ ਉਹ ਦਿੱਤਾ ਹੈ ਇਲੈਕਟੋਰਲ ਬੌਂਡਸ ਦੀ ਜਜਮੈਂਟ ਪਾਸ ਕਰਕੇ, ਹੋਰ ਕਿਹੜਾ ਅਜਿਹਾ ਅਸੰਵਿਧਾਨਕ ਕੰਮ ਹੈ ਜਿਹੜਾ ਤੁਹਾਨੂੰ ਸੁਪਰੀਮ ਕੋਰਟ ਦੇ ਵਿੱਚ ਹੁੰਦਾ ਦਿਸ ਰਿਹਾ ਹੈ। 4 ਜੱਜਾਂ ਨੇ ਭੰਮ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ ਸੁਪਰੀਮ ਕੋਰਟ ਦੇ ਵਿੱਚ। ਜਿਹੜਾ ਰੋਸਟਰ ਹੈ ਉਸ ਦੇ ਉੱਤੇ ਸਵਾਲ ਚੁੱਕੇ ਸੀ ਕਿ ਉਸ ਸਮੇਂ ਦਾ ਜਿਹੜਾ ਚੀਫ ਜਸਟਿਸ ਹੈ ਉਹ ਇੱਕ ਖਾਸ ਬੈਂਚ ਨੂੰ ਜਿਹੜਾ ਹੈ ਉਹ ਸਰਕਾਰ ਦੇ ਸਾਰੇ ਮਸਲੇ ਦੇ ਰਿਹਾ ਹੈ ਤੇ ਉਹ ਸਾਰੀਆਂ ਜਜਮੈਂਟਾਂ ਉਹ ਸਰਕਾਰ ਦੇ ਹੱਕ ਦੇ ਵਿੱਚ ਆ ਰਹੀਆਂ ਨੇ। ਏਡਾ ਵੱਡਾ ਜਿਹੜਾ ਸਵਾਲੀਆ ਨਿਸ਼ਾਨ 4 ਜ਼ਿੰਮੇਵਾਰ ਜੱਜਿਸ ਨੇ ਚੱਕਿਆ ਸੀ, ਜਿਸ ਦੇ ਵਿੱਚੋਂ ਬਾਅਦ ਦੇ ਵਿੱਚ ਚੀਫ ਜਸਟਿਸ ਬਣਨ ਵਾਲੇ ਰੰਜਨ ਗੋਗੋਈ ਵੀ ਸੀ। ਚੀਫ ਜਸਟਿਸ ਬਣ ਕੇ ਉਹ ਚੁੱਪ ਕਰ ਗਏ, ਬਾਅਦ ਦੇ ਵਿੱਚ ਭਾਜਪਾ ਦੀ ਹਮਾਇਤ ਦੇ ਨਾਲ ਉਹ ਰਾਜ ਸਭਾ ਮੈਂਬਰ ਵੀ ਬਣ ਗਏ, ਪਰ ਪਹਿਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਉਦੋਂ ਇਹ ਜਿਹੜੀਆਂ ਧਿਰਾਂ ਚਿੱਠੀ ਲਿਖਣ ਵਾਲੀਆਂ ਇਹ ਚੁੱਪ ਸੀ। ਉਦੋਂ ਉਹਨਾਂ ਨੂੰ ਨਿਆਇਕ ਪ੍ਰਣਾਲੀ ਹੈ ਜਿਹੜੀ ਸਾਡੀ ਸਭ ਤੋਂ ਉੱਚ ਸਰਵਉੱਚ ਅਦਾਲਤ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ, ਉਸ ਦੇ ਵਿੱਚ ਜਿਹੜਾ ਨਿਆਇਕ ਪ੍ਰਣਾਲੀ ਦੇ ਉੱਤੇ ਕੋਈ ਪ੍ਰਸ਼ਨ ਚਿੰਨ੍ਹ ਇਹਨਾਂ ਨੂੰ ਲੱਗਦਾ ਨਹੀਂ ਦਿਖਿਆ, ਜਦੋਂ ਕਿ ਏਡੀ ਵੱਡੀ ਜਿਹੜੀ 4 ਜ਼ਿੰਮੇਵਾਰ ਜੱਜ ਜੀ ਇਹ ਗੱਲ ਕਹਿ ਰਹੇ ਸੀ, ਜਿਸ ਦੇ ਵਿੱਚ ਜਸਟਿਸ ਚੇਲਾਮੇਸ਼ਵਰ ਵੀ ਸੀ ਜਿਹੜੇ ਸੈਕੰਡ ਸੀਨੀਅਰ ਮੋਸਟ ਸੀ ਚੀਫ ਜਸਟਿਸ ਤੋਂ ਜੀ। ਪਰ ਹੁਣ ਜਦੋਂ ਕਿ ਇੱਕ ਜਜਮੈਂਟ ਜਿਹੜੀ ਹੈ ਉਹ ਇਹਨਾਂ ਦੇ ਸਿਆਸੀ ਆਕਾਵਾਂ ਦੇ ਖਿਲਾਫ ਆ ਗਈ ਜੀ, ਸਮੇਂ ਦੀ ਹਕੂਮਤ ਦੇ ਖਿਲਾਫ ਆ ਗਈ, ਸਰਕਾਰ ਦੇ, ਤਾਂ ਇਹ ਜਿਹੜੇ ਚੀਫ ਜਸਟਿਸ ਦੇ ਉੱਤੇ ਚਿੱਠੀਆਂ ਲਿਖ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਬਿਲਕੁਲ। ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਸਰਵਉੱਚ ਨਿਆਂਪਾਲਿਕਾ ਨੂੰ। ਸੋ ਮੈਂ ਸਮਝਦਾ ਭੰਮ ਸਾਹਿਬ ਇਹ ਕਿਤੋਂ ਵੀ ਜਿਹੜੀ ਇਹ ਗੱਲ ਜਿਹੜੀ ਜਾਇਜ਼ ਨਹੀਂ, ਜਿਹੜੀ ਸੁਪਰੀਮ ਕੋਰਟ ਚੀਫ ਜਸਟਿਸ ਨੇ ਜਿਹੜੀ ਗੱਲ ਕਹੀ ਹੈ ਉਹ ਬਿਲਕੁਲ ਜਿਹੜੀ ਦਰੁਸਤ ਹੈ। ਇਹ ਜਿਹੜੀਆਂ ਭਾਰਤੀ ਜਿਹੜੀਆਂ ਬਾਰ ਦੀਆਂ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਨੇ, ਸਾਡੇ ਬਹੁਤ ਐਕਸੈਪਸ਼ਨਲ ਲਾਇਰਸ ਹਿੰਦੁਸਤਾਨ ਨੇ ਪੈਦਾ ਕੀਤੇ ਨੇ, ਉਹਨਾਂ ਦੇ ਵਿੱਚੋਂ ਨਾਨੀ ਪਾਲਕੀਵਾਲਾ ਜਿਹੜੇ ਬੜੇ ਮਸ਼ਹੂਰ ਤੇ ਨਾਮੀ ਵਕੀਲ ਸੀ। ਬਿਲਕੁਲ। ਤੁਸੀਂ ਇੱਕ ਧਿਰ ਦੇ ਵਕੀਲ ਹੋ ਕੇ ਤਾਂ ਚਲੋ ਦਲੀਲਾਂ ਕੋਈ ਵੀ ਦੇ ਸਕਦੇ ਹੋ, ਉਹ ਵੀ ਦਲੀਲ ਤੇ ਆਧਾਰਿਤ ਹੋਵੇ ਫੈਸਲਾ, ਵੀ ਤੁਸੀਂ ਪਬਲਿਕਲੀ ਬਿਨਾਂ ਕਿਸੇ ਰਿਪਰੈਜ਼ੈਂਟੇਸ਼ਨ ਦੇ ਤੁਸੀਂ ਜਦੋਂ ਇਹੋ ਜਿਹੀ ਗੱਲ ਕਰਦੇ ਹੋ ਤਾਂ ਨੈਚੁਰਲੀ ਫਿਰ ਤੁਹਾਡੇ ਜਿਹੜਾ ਕਿਰਦਾਰ ਸ਼ੱਕੀ ਹੋ ਜਾਂਦਾ। ਸੋ ਨਾਨੀ ਪਾਲਕੀਵਾਲਾ ਦੀ ਭੰਮ ਸਾਹਿਬ ਮੈਂ ਗੱਲ ਕਰਕੇ ਜਿਹੜਾ ਇਸ ਮਸਲੇ ਨੂੰ ਸਮਾਪਤ ਕਰੂੰਗਾ ਜੀ। ਨਾਨੀ ਪਾਲਕੀਵਾਲਾ ਬਹੁਤ ਵੱਡੇ ਵਕੀਲ ਹੋਏ ਨੇ ਜਿਨ੍ਹਾਂ ਨੇ ਆਪਣਾ ਕੈਰੀਅਰ ਹੈ ਜਿਹੜਾ ਬੰਬੇ ਹਾਈ ਕੋਰਟ ਤੋਂ ਸ਼ੁਰੂ ਕੀਤਾ, ਫਿਰ ਉਹ ਸੁਪਰੀਮ ਕੋਰਟ 'ਚ ਗਏ। ਬਹੁਤ ਹੀ ਮਹੱਤਵਪੂਰਨ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਭਾਰਤੀ ਸੰਵਿਧਾਨਕ ਕਾਨੂੰਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਜੀ। ਬਹੁਤ ਮਹੱਤਵਪੂਰਨ ਸੰਵਿਧਾਨਕ ਫੈਸਲਿਆਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਰਹੀ। ਜਦੋਂ ਇੰਦਰਾ ਗਾਂਧੀ ਦੀ ਇਲੈਕਸ਼ਨ ਜਸਟਿਸ ਸਿਨਹਾ ਨੇ ਰੱਦ ਕੀਤੀ ਇਲਾਹਾਬਾਦ ਹਾਈ ਕੋਰਟ ਨੇ, ਤਾਂ ਇੰਦਰਾ ਗਾਂਧੀ ਦੇ ਲਈ ਇੱਕ ਸਿਆਸੀ ਸੰਕਟ ਖੜਾ ਹੋ ਗਿਆ। ਉਸ ਦੇ ਉੱਤੇ ਪ੍ਰੈਸ਼ਰ ਬਣਨ ਲੱਗਿਆ ਅਸਤੀਫਾ ਦੇਣ ਦਾ, ਤੇ ਅਸਤੀਫਾ ਉਹ ਦੇਣਾ ਨਹੀਂ ਸੀ ਚਾਹੁੰਦੀ ਵੀ ਕਿਤੇ ਕੋਈ ਹੋਰ ਨਾ ਕਾਬਜ਼ ਹੋ ਜਾਵੇ ਜਿਹਨੂੰ ਮੈਂ ਬਣਾਉਂ। ਬਿਲਕੁਲ। ਯਕੀਨ ਵੀ ਕਿਸੇ ਤੇ ਕਰਦੀ ਨਹੀਂ ਸੀ। ਸੋ ਉਦੋਂ ਉਹਨੇ ਆਪਣਾ ਕੇਸ ਲੜਨ ਦੇ ਵਾਸਤੇ ਨਾਨੀ ਪਾਲਕੀਵਾਲਾ ਨੂੰ ਆਪਣਾ ਵਕੀਲ ਨਿਯੁਕਤ ਕੀਤਾ, ਮੌਕੇ ਦੇ ਪ੍ਰਧਾਨ ਮੰਤਰੀ ਨੇ। ਇਨ ਦਾ ਮੀਨਵਾਈਲ
ਉਹਨੇ ਜਿਹੜੀ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ। ਜਦੋਂ ਨਾਨੀ ਪਾਲਕੀਵਾਲਾ ਨੂੰ ਇਹ ਗੱਲ ਪਤਾ ਲੱਗੀ ਕਿ ਜਿਹੜੀ ਮੈਡਮ ਇੰਦਰਾ ਗਾਂਧੀ ਹੈ ਇਹ ਸੰਵਿਧਾਨ ਦੀ ਹੱਤਿਆ ਕਰ ਰਹੀ ਹੈ, ਸਾਡੇ ਲੋਕਤੰਤਰ ਨੂੰ ਹੀ ਜਿਹੜੀ ਹੈ ਲੀਹੋਂ ਲਾ ਰਹੀ ਹੈ ਐਮਰਜੈਂਸੀ ਲਗਾ ਕੇ, ਤਾਂ ਨਾਨੀ ਪਾਲਕੀਵਾਲਾ ਨੇ ਜਿਹੜਾ ਬਰੀਫ ਹੈ, ਅਸੀਂ ਕੇਸ ਨੂੰ ਬਰੀਫ ਕਹਿੰਦੇ ਆ, ਪ੍ਰਾਈਮ ਮਿਨਿਸਟਰ ਨੂੰ ਵਾਪਸ ਕਰ ਦਿੱਤਾ। ਪ੍ਰਾਈਮ ਮਿਨਿਸਟਰ ਦਾ ਕੇਸ ਲੜਨ ਤੋਂ ਜਵਾਬ ਦੇ ਦਿੱਤਾ ਬਈ ਇੱਥੇ ਤੱਕ ਤਾਂ ਗੱਲ ਠੀਕ ਸੀਗੀ, ਪਰ ਹੁਣ ਜਦ ਤੁਸੀਂ ਸੰਵਿਧਾਨ ਦੀ ਜਿਹੜੀ ਉਲੰਘਣਾ ਕਰਕੇ ਇੱਕ ਆਪਣਾ ਡੈਮੋਕ੍ਰੇਸੀ ਨੂੰ ਖਤਮ ਕਰਕੇ, ਸੰਵਿਧਾਨ ਨੂੰ ਖਤਮ ਕਰਕੇ ਆਪਣੀ ਤਾਨਾਸ਼ਾਹੀ ਲਾਗੂ ਕਰ ਰਹੇ ਹੋ, ਤਾਂ ਮੇਰਾ ਜ਼ਮੀਰ ਇਹ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਤੁਹਾਡਾ ਵਕੀਲ ਹੋਰ ਬਣਿਆ ਰਵਾਂ ਜਾਂ ਤੁਹਾਨੂੰ ਇਸ ਕੇਸ ਦੇ ਵਿੱਚ ਰੈਪਰੈਜ਼ੈਂਟ ਕਰਾਂ। ਬਾਅਦ ਦੇ ਵਿੱਚ ਉਹਨਾਂ ਨੂੰ ਨਤੀਜਾ ਵੀ ਭੁਗਤਣਾ ਪਿਆ ਉਸ ਚੀਜ਼ ਦਾ। ਉਹਨਾਂ ਨੂੰ ਉਹ ਵੀ 2 ਸਾਲ US ਦੇ ਵਿੱਚ ਰਹੇ, ਜਿੰਨਾ ਟਾਈਮ ਐਮਰਜੈਂਸੀ ਲੱਗੀ ਰਹੀ। US ਦੇ ਵਿੱਚ ਉਹ ਪੜ੍ਹਾਉਂਦੇ ਰਹੇ, ਉਹਨਾਂ ਦੀ ਪ੍ਰੈਕਟਿਸ ਵੀ ਡੀਰੇਲ ਹੋਈ ਐਮਰਜੈਂਸੀ ਦੇ ਦੌਰਾਨ। ਪਰ ਉਹਨਾਂ ਨੇ ਜਿਹੜੀ ਆਪਣੀ ਵਚਨਬੱਧਤਾ ਕਿਸੇ ਇੰਦਰਾ ਗਾਂਧੀ ਜਾਂ ਕਿਸੇ ਕਾਂਗਰਸ ਜਾਂ ਕਿਸੇ ਪ੍ਰਧਾਨ ਮੰਤਰੀ ਦੇ ਨਾਲੋਂ ਜ਼ਿਆਦਾ ਦੇਸ਼ਪਤੀ ਤੇ ਸੰਵਿਧਾਨਪਤੀ ਦਿਖਾਈ। ਜੀ ਭਾਮ ਸਾਹਿਬ, ਜਿਹੜੀ ਕਿ ਹਰ ਇੱਕ ਵਕੀਲ ਦੀ ਛੋਟੇ ਤੋਂ ਲੈ ਕੇ ਵੱਡੇ ਤੱਕ ਜ਼ਿੰਮੇਵਾਰੀ ਵੀ ਬਣਦੀ ਹੈ। ਇਸੇ ਜ਼ਿੰਮੇਵਾਰੀ ਨੂੰ ਮਾਣਯੋਗ ਚੀਫ ਜਸਟਿਸ ਆਫ ਇੰਡੀਆ DY ਚੰਦਰਚੂੜ ਨੇ ਯਾਦ ਕਰਵਾਇਆ। ਮੈਂ ਸਮਝਦਾ ਵੀ ਜਿਹੜੇ ਵੱਡੇ ਵੱਡੇ ਨਾਮ ਨੇ, ਹਰੀਸ਼ ਸਾਲਵੇ ਵਰਗੇ, ਇਹਨਾਂ ਨੂੰ ਜਿਹੜਾ ਸੱਤਾ ਦਾ ਜਿਹੜਾ ਨਸ਼ਾ ਹੈ ਜਾਂ ਪੈਸੇ ਦਾ ਜਿਹੜਾ ਲਾਲਚ ਹੈ ਉਹ ਇੱਕ ਪਾਸੇ ਰੱਖ ਕੇ ਜਿਹੜੀ ਸੰਵਿਧਾਨਕ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ। ਨਾਨੀ ਪਾਲਕੀਵਾਲਾ ਵੱਲੋਂ ਜਿਹੜੀ ਪਾਈ ਗਈ ਟ੍ਰੈਡੀਸ਼ਨ ਹੈ ਉਸ ਦੇ ਉੱਤੇ ਚੱਲਣਾ ਚਾਹੀਦਾ। ਬਿਲਕੁਲ ਜੀ।